ਸਤਿ ਸ਼੍ਰੀ ਅਕਾਲ ਜੀ, ਮੈਂ ਰਾਗਿਨੀ ਜੋਸ਼ੀ ਤੇ ਸਵਾਗਤ ਹੈ ਤੁਹਾਡਾ ਬਹੁਤ-ਬਹੁਤ ਪੀਟੀਸੀ ਪੰਜਾਬੀ ਕੈਨੇਡਾ ਦੇ ਨਵੇਂ ਸ਼ੋਅ ਦਾ ਇਮੀਗ੍ਰੇਸ਼ਨ ਸ਼ੋਅ ਦੇ ਵਿੱਚ। ਆਪਣੇ ਇਸ ਨਵੇਂ ਸ਼ੋਅ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਇਮੀਗ੍ਰੇਸ਼ਨ ਸੰਬੰਧੀ ਕੁਝ ਮੁੱਦਿਆਂ ਨੂੰ ਲੈ ਕੇ, ਜਿੱਥੇ ਸਵਾਲ ਹੋਣਗੇ ਤੁਹਾਡੇ ਤੇ ਜਵਾਬ ਦੇਣਗੇ ਸਾਡੇ ਇਮੀਗ੍ਰੇਸ਼ਨ ਮਾਹਰ, ਜੋ ਸਾਡੇ ਇਸ ਸ਼ੋਅ ਦੀ ਹਰ ਕੜੀ 'ਚ ਸਾਡੇ ਨਾਲ ਮੌਜੂਦ ਰਹਿਣਗੇ। ਸਾਡੇ ਇਮੀਗ੍ਰੇਸ਼ਨ ਮਾਹਰ ਨੇ ਨੰਦਾ ਐਂਡ ਐਸੋਸੀਏਟ ਲਾਇਰਸ ਤੋਂ ਮਨਦੀਪ ਚੌਧਰੀ, ਜੋ ਬੈਰਿਸਟਰ, ਸੋਲਿਸਿਟਰ ਤੇ ਨੋਟਰੀ ਪਬਲਿਕ ਨੇ, ਤੇ ਦੂਸਰੇ ਸਾਡੇ ਇਮੀਗ੍ਰੇਸ਼ਨ ਮਾਹਰ ਨੇ ਵਸੀਮ ਸ਼ੇਖ ਜੀ, ਜੋ ਮੈਂਬਰ ਆਫ IRCC ਰੈਗੂਲੇਟਡ ਇਮੀਗ੍ਰੇਸ਼ਨ ਕੰਸਲਟੈਂਟ ਨੇ। ਇਹਨਾਂ ਦੋਵਾਂ ਹੀ ਮਾਹਰਾਂ ਨੂੰ ਕਈ ਸਾਲਾਂ ਦਾ ਜਿਹੜਾ ਹੈ ਇਸ ਫੀਲਡ ਦੇ ਵਿੱਚ ਐਕਸਪੀਰੀਅੰਸ ਹੈ। ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡਾ ਪੀਟੀਸੀ ਪੰਜਾਬੀ ਕੈਨੇਡਾ ਤੇ। ਧੰਨਵਾਦ ਜੀ, ਥੈਂਕ ਯੂ। ਸਾਡੇ ਐਪੀਸੋਡ ਦਾ ਪਹਿਲਾ ਟੌਪਿਕ ਹੈ ਸਟੂਡੈਂਟ ਵੀਜ਼ਾ। ਹਰ ਸਾਲ ਲੱਖਾਂ ਦੀ ਗਿਣਤੀ ਦੇ ਵਿੱਚ ਵਿਦਿਆਰਥੀ ਵਧੀਆ ਭਵਿੱਖ ਦੀ ਆਸ ਲੈ ਕੇ ਕੈਨੇਡਾ ਦਾ ਰੁਖ ਕਰਦੇ ਨੇ। ਜੇਕਰ ਅਸੀਂ ਗੱਲ ਕਰੀਏ ਸਾਲ 2019 ਦੀ, ਤਾਂ 4 ਲੱਖ ਦੇ ਕਰੀਬ ਜਿਹੜੇ ਵਿਦਿਆਰਥੀ ਨੇ ਇੱਥੇ ਪੜ੍ਹਾਈ ਕਰਨ ਦੇ ਲਈ ਪਹੁੰਚੇ ਨੇ। ਕੈਨੇਡਾ ਦਾ ਵੀਜ਼ਾ ਮਹਿਜ਼ ਇੱਕ ਰਾਹ ਨਹੀਂ ਹੁੰਦਾ ਇੱਥੋਂ ਤੱਕ ਪਹੁੰਚਣ ਲਈ, ਬਲਕਿ ਇਹਦੇ ਪਿੱਛੇ ਲੁਕੀਆਂ ਹੁੰਦੀਆਂ ਨੇ ਉਹਨਾਂ ਮਾਪਿਆਂ ਦੀਆਂ ਹਜ਼ਾਰਾਂ ਸੱਧਰਾਂ, ਜਿਹੜੇ ਆਪਣਾ ਸਭ ਕੁਝ ਗਹਿਣੇ ਧਰ ਕੇ ਵੀ ਆਪਣੇ ਬੱਚਿਆਂ ਨੂੰ ਵਿਦੇਸ਼ ਤੋਰਦੇ ਨੇ, ਇਸ ਉਮੀਦ 'ਚ ਕਿ ਸ਼ਾਇਦ ਉਹਨਾਂ ਦਾ ਜਿਹੜਾ ਭਵਿੱਖ ਹੈ ਉਹ ਸੁਖਾਲਾ ਹੋ ਸਕੇ। ਅਜਿਹੇ 'ਚ ਮਨ 'ਚ ਸਵਾਲ ਆਉਣੇ ਵੀ ਲਾਜ਼ਮੀ ਨੇ। ਅਸੀਂ ਉਹਨਾਂ ਸਵਾਲਾਂ ਦੇ ਜਵਾਬ ਤੁਹਾਨੂੰ ਦੇਣ ਦੀ ਕੋਸ਼ਿਸ਼ ਕਰਾਂਗੇ ਆਪਣੇ ਇਸ ਸ਼ੋਅ ਦੇ ਰਾਹੀਂ। ਸਾਨੂੰ ਸਾਡੇ ਵਿਊਅਰਸ ਨੇ ਸੋਸ਼ਲ ਮੀਡੀਆ ਤੇ WhatsApp ਰਾਹੀਂ ਵੀ ਕਾਫੀ ਮੈਸੇजेस ਭੇਜੇ ਨੇ, ਉਹਨਾਂ ਦੇ ਬਾਰੇ ਤਾਂ ਅਸੀਂ ਗੱਲਬਾਤ ਕਰਾਂਗੇ ਹੀ। ਪਰ ਪਹਿਲਾ ਸਵਾਲ ਮਨਦੀਪ ਜੀ ਤੁਹਾਨੂੰ ਹੈ, ਜਦੋਂ ਅਸੀਂ ਸਟੂਡੈਂਟ ਵੀਜ਼ਾ ਲਗਾਉਣਾ ਹੁੰਦਾ ਹੈ ਤਾਂ ਕਿਹੜੀ ਏਜ ਜਿਹੜੀ ਉਹ ਸਹੀ ਮੰਨੀ ਜਾਂਦੀ ਹੈ? ਤੇ ਨਾਲ ਹੀ ਸਵਾਲ ਬਣਦਾ ਹੈ ਕਿ ਹਾਈ ਸਕੂਲ ਤੋਂ ਬਾਅਦ ਜਾਂ ਗ੍ਰੈਜੂਏਸ਼ਨ ਤੋਂ ਬਾਅਦ ਜਿਹੜਾ ਸਟੂਡੈਂਟ ਵੀਜ਼ਾ ਲਗਾਉਣਾ ਚਾਹੀਦਾ? ਇਹ ਬਹੁਤ ਵਧੀਆ ਕੁਐਸਚਨ ਹੈ ਜੀ। ਇਹ ਕੁਐਸਚਨ ਦਾ ਬੇਸਿਕਲੀ ਆਪਾਂ ਨੂੰ ਦੇਖਣਾ ਹੈ ਕਿ ਆਪਣਾ ਐਂਡ ਗੋਲ ਕੀ ਹੈ। ਵੈਨ ਇਹ ਸਟੂਡੈਂਟ ਜਦ ਆਉਂਦਾ ਹੈ 12ਵੀਂ ਤੋਂ ਬਾਅਦ, ਗ੍ਰੇਡ 12 ਤੋਂ ਬਾਅਦ, ਵੈਨ ਦੇ ਕਮ ਟੂ ਕੈਨੇਡਾ, ਸਭ ਤੋਂ ਪਹਿਲਾ ਕੁਐਸਚਨ ਹੁੰਦਾ ਹੈ ਕਿ ਆਰ ਦੇ ਗੋਇੰਗ ਟੂ ਅ 2-year ਸਟੱਡੀ ਪ੍ਰੋਗਰਾਮ ਔਰ ਦੇ ਆਰ ਗੋਇੰਗ ਟੂ ਯੂਨੀਵਰਸਿਟੀ। ਓਕੇ ਜੀ। ਤੇ ਅਗਰ ਉਹ ਯੂਨੀਵਰਸਿਟੀ ਦਾ ਪਲਾਨ ਕਰਦੇ ਹੈ ਕਿ ਉਹਨਾਂ ਨੇ ਯੂਨੀਵਰਸਿਟੀ ਹਾਇਰ ਸਟੱਡੀਜ਼ ਵਾਸਤੇ ਆਉਣਾ ਹੈ, ਤੇ ਗ੍ਰੇਡ 12 ਤੋਂ ਬਾਅਦ ਇਜ਼ ਦ ਬੈਸਟ ਵਨ ਆਫਟਰ ਹਾਈ ਸਕੂਲ। ਤੇ ਉਸ ਤੋਂ ਬਾਅਦ ਅਗਰ ਤੁਸੀਂ ਆਫਟਰ ਗ੍ਰੈਜੂਏਸ਼ਨ ਆਉਣਾ ਚਾਹੁੰਦੇ ਹੋ, ਗ੍ਰੈਜੂਏਸ਼ਨ ਤੋਂ ਬਾਅਦ ਆਪਣੇ ਕਈ ਸਾਰੇ ਡਿਪਲੋਮਾ ਤੇ ਕੋਰਸਿਸ ਹੈਗੇ ਜੋ 1 ਸਾਲ ਦੇ ਤੇ 2 ਸਾਲ ਦੇ ਹੁੰਦੇ, ਜਿਹਦੇ ਬੇਸ ਤੇ ਤੁਸੀਂ ਡਿਸਾਈਡ ਕਰਦੇ ਹੋ। ਤੇ ਹਮੇਸ਼ਾ ਜੋ ਸਭ ਤੋਂ ਪਹਿਲੀ ਜ਼ਰੂਰੀ ਚੀਜ਼ ਹੈਗੀ ਹੈ, ਜੋ ਮੈਂ ਆਪਣੇ ਸਰੋਤਾਂ ਨੂੰ ਦੱਸਣਾ ਚਾਹੁੰਦਾ ਕਿ ਸਭ ਤੋਂ ਪਹਿਲੀ ਜ਼ਰੂਰੀ ਚੀਜ਼ ਦੇਖਣੀ ਹੈ ਕਿ ਆਪਣਾ ਸਟੂਡੈਂਟ ਜਦ ਉਹ ਆਇਆ ਹੈ ਕੈਨੇਡਾ 'ਚ, ਉਹਦਾ ਐਂਡ ਗੋਲ ਕੀ ਹੈਗਾ। ਉਹ ਪੜ੍ਹਾਈ ਕਰਨਾ ਚਾਹੁੰਦਾ ਹੈ, ਪੜ੍ਹਾਈ ਤੋਂ ਬਾਅਦ ਉਹਦੀ ਪੜ੍ਹਾਈ ਦੀ ਸਕੋਪ ਕੀ ਹੈਗੀ ਹੈ, ਉਹ ਪੜ੍ਹਾਈ ਦੀ ਆਪਸ਼ਨ ਕੀ ਹੈਗੀ ਹੈ। ਕਿਉਂਕਿ ਜਿਸ ਕੋਰਸ 'ਚੋਂ ਆਇਆ ਹੈ, ਅਗਰ ਉਹ 2 ਸਾਲ ਦਾ ਕੋਰਸ ਲੈਂਦਾ, ਉਹਨੂੰ 3 ਸਾਲ ਦਾ ਸਟੱਡੀ ਪਰਮਿਟ, ਵਰਕ ਪਰਮਿਟ ਮਿਲਦਾ ਹੈ। ਅਗਰ ਉਹ ਯੂਨੀਵਰਸਿਟੀ 4 ਸਾਲ ਦੀ ਪੜ੍ਹਦਾ ਤਾਂ ਉਹਨੂੰ 3 ਸਾਲ ਦਾ ਵਰਕ ਪਰਮਿਟ ਮਿਲਦਾ। ਤੇ ਉਹ ਤੋਂ ਬਾਅਦ ਜਦ ਤੁਸੀਂ ਸਟੱਡੀ ਪਰਮਿਟ ਖਤਮ ਹੋ ਗਿਆ, ਉਹ ਤੋਂ ਬਾਅਦ ਤੁਸੀਂ ਵਰਕ ਪਰਮਿਟ ਤੇ ਜਾਂਦੇ ਹੋ। ਉਹ ਤੋਂ ਬਾਅਦ ਤੁਸੀਂ ਅਗਰ ਇਵੈਂਚੁਅਲੀ ਪਰਮਨੈਂਟ ਰੈਜ਼ੀਡੈਂਸ ਅਪਲਾਈ ਕਰਨੀ ਹੈ, ਤੇ ਉਹ ਬਹੁਤ ਮੈਟਰ ਕਰਦਾ ਹੈ ਕਿ ਤੁਸੀਂ ਗ੍ਰੈਜੂਏਸ਼ਨ ਕੀਤੀ ਹੈ ਜਾਂ ਆਫਟਰ ਗ੍ਰੇਡ 12 ਆਏ ਹੋ ਜੀ। ਅਗਰ ਤੁਸੀਂ ਗ੍ਰੈਜੂਏਸ਼ਨ ਤੋਂ ਬਾਅਦ ਆਉਂਦੇ ਹੋ ਤੇ ਤੁਹਾਨੂੰ ਐਡੀਸ਼ਨਲ ਪੁਆਇੰਟਸ ਮਿਲਦੇ ਆ ਐਕਸਪ੍ਰੈਸ ਐਂਟਰੀ 'ਚ, ਜੋ ਕਿ ਤੁਹਾਨੂੰ ਅਸਿਸਟ ਕਰਦੇ ਆ ਕਿ ਬਾਅਦ 'ਚ ਤੁਸੀਂ ਅਗਰ PR ਦੀ ਐਪਲੀਕੇਸ਼ਨ ਲਗਾਉਂਦੇ, वो तो बेनिफिट होता है। जी जी। एक चीज़ मैं ऐड करूँगा, जैसे मनदीप जी ने बताया, मैं एग्री विद दैट। स्टूडेंट्स जो लोग आते हैं 12th के बाद, उनकी एज थोड़ी इतनी मैच्योर नहीं होती है एज़ कम्पेयर टू स्टूडेंट्स दे आर कमिंग आफ्टर बैचलर्स डिग्री। सो उनके लिए बेनिफिट होता है पॉइंट्स सिस्टम में। जब वो बैचलर्स करके आते हैं तो दे गेट एक्स्ट्रा पॉइंट्स फॉर देयर एजुकेशन आउटसाइड कैनेडा, एज वेल एज मोस्ट ऑफ द टाइम वाइल डूइंग देयर बैचलर्स दे ऑल्सो हैव देयर वर्क एक्सपीरियंस आउटसाइड कैनेडा। सो वो भी उनको हेल्प करता है PR के अल्टीमेट गोल में, दैट हैव दे विल हैव एडेड पॉइंट्स टू दैट। सो एज कम्पेयर टू स्टूडेंट्स कमिंग आफ्टर 12th, स्टूडेंट्स कमिंग आफ्टर बैचलर्स डिग्री, दे हैव मोर स्कोप in both ways, applying for permanent residency and getting job as well। ਜੀ, ਜਿਵੇਂ ਤੁਸੀਂ ਕਿਹਾ ਕਿ ਇਹ ਮੈਟਰ ਕਰਦਾ ਹੈ ਬਾਅਦ 'ਚ ਜਦੋਂ ਅਸੀਂ PR ਅਪਲਾਈ ਕਰਨੀ ਹੁੰਦੀ ਹੈ। ਨਾਲ ਹੀ ਜਦੋਂ ਅਸੀਂ ਡਿਸਾਈਡ ਕਰ ਲੈਂਦੇ ਹਾਂ ਕਿ ਹੁਣ ਅਸੀਂ ਗ੍ਰੈਜੂਏਸ਼ਨ ਤੋਂ ਬਾਅਦ ਆਉਣਾ ਬੈਟਰ ਹੈ ਜਾਂ 12th ਤੋਂ ਬਾਅਦ ਆਉਣਾ ਬੈਟਰ ਹੈ, ਤਾਂ ਕੋਰਸਿਸ ਤੇ ਕਾਲਜਿਸ ਦੀ ਸਿਲੈਕਸ਼ਨ ਕਿਵੇਂ ਕੀਤੀ ਜਾਵੇ? ਕਿਉਂਕਿ ਬਹੁਤ ਵਾਰੀ ਇਹ ਸੁਣਨ ਨੂੰ ਮਿਲਦਾ ਹੈ ਕਿ ਪ੍ਰਾਈਵੇਟ ਕਾਲਜ 'ਚ ਕੀਤੀ ਸਟੱਡੀ ਡਿਫਰੈਂਟ ਹੁੰਦੀ ਹੈ ਬਾਕੀ ਕਾਲਜਿਸ 'ਚ ਕੀਤੀ ਜਿਹੜੀ ਸਟੱਡੀ ਹੁੰਦੀ ਹੈ ਉਹਦੇ ਨਾਲੋਂ। ਸੋ ਜਦੋਂ ਇੱਕ ਸਟੂਡੈਂਟ ਆਪਟ ਕਰ ਲੈਂਦਾ ਕਿ ਅਸੀਂ ਪ੍ਰਾਈਵੇਟ ਕਾਲਜ 'ਚ ਜਿਹੜਾ ਪੜ੍ਹਨਾ ਚਾਹੁੰਦੇ ਹਾਂ, ਤਾਂ ਬਾਅਦ 'ਚ ਫਿਰ ਉਹਦੇ ਲਈ ਕੀ ਆਪਸ਼ਨਸ ਬਚਦੀਆਂ ਨੇ? ये it's a very good question, and students mainly applying from outside Canada, ज़्यादातर कई बार स्टूडेंट्स में ये अवेयरनेस नहीं होती है कि क्या बेनिफिट्स हैं
studying in private college or community colleges. जब बच्चे private colleges में जाते हैं, so then they will have difficulty to get the postgraduate work permit later on. जो भी बच्चे आना चाहते हैं कनाडा, उनसे मेरी यही दरख्वास्त है कि पहले वो चेक करें कि whether the college has a DLI number or not. By having the DLI number, you are making sure कि आपका जो कोर्स है वो postgraduate work permit के लिए eligible है. So if they are going through private college, समटाइम ये होता है कि जो रिक्वायरमेंट है बच्चों की लैंग्वेज की वो फुलफ़िल नहीं होती, बिकॉज मेनली जो इंडिया से स्टूडेंट्स आते हैं दे कम थ्रू STS प्रोग्राम, स्टूडेंट डायरेक्ट स्ट्रीम प्रोग्राम. सो उसकी कुछ IELTS की रिक्वायरमेंट है जो फिक्स है. कई बार बच्चे नहीं ला पाते, दैट ऑल्सो लीड्स दैम टू गो इन टू प्राइवेट कॉलेजेस. दैट्स फाइन, बट इनिशियली जब भी वो प्राइवेट कॉलेज में जाते हैं, मेक श्योर देयर गोल इज़ टू इवेंचुअली ट्रांसफर टू कम्युनिटी कॉलेज, सो दे गेट बेनिफिट ऑफ देयर एजुकेशन इन कैनेडा. दे विल नॉट गेट बेनिफिट ऑफ गेटिंग पोस्ट ग्रेजुएट वर्क परमिट, बट कनाडा की जो स्टडी है उसकी हमेशा वैल्यू रहती है. सो ये नहीं कि आपकी पढ़ाई वेस्ट हो जाएगी. ऑब्वियसली यू विल गेट बेनिफिट, बट स्टडिंग इन प्राइवेट कॉलेज it should not be your ultimate goal. You should have some other goals in mind, clear about it कि आपका जो गोल है वो PR का वो तभी जाके फुलफिल होगा जब आप कम्युनिटी कॉलेज में पढ़ते हैं. एंड आई वुड ऑल्सो रेकमेंड कि 2 साल का कोर्स लें, जिसकी वजह से उनके जो पोस्ट ग्रेजुएट वर्क परमिट है दैट कैन बी एक्सटेंडेड अप टू 3 years. सो स्टूडेंट स्टडिंग इन कम्युनिटी कॉलेजेस, उनके लिए बेनिफिट ये है कि उनको 2 से 3 साल की वर्क परमिट मिलती है. ड्यूरिंग दैट पीरियड दे कैन वर्क हियर एंड देन इवेंचुअली अप्लाई फॉर परमानेंट रेजिडेंसी. ਜੀ ਮਨਦੀਪ ਜੀ, ਜਿਵੇਂ ਵਸੀਮ ਜੀ ਨੇ ਕਿਹਾ ਕਿ ਕਿਤੇ ਨਾ ਕਿਤੇ ਕਾਲਜ ਵੀ ਮੈਟਰ ਕਰਦਾ ਹੈ ਤੇ ਸਟੱਡੀ ਦੀ ਡਿਊਰੇਸ਼ਨ ਵੀ ਮੈਟਰ ਕਰਦੀ ਹੈ. ਅੱਗੇ ਜਿਹੜਾ ਸਵਾਲ ਬਣਦਾ ਹੈ ਉਹ ਇਹ ਹੁੰਦਾ ਹੈ ਕਿ ਸਟੂਡੈਂਟ ਵੀਜ਼ਾ ਤੇ ਜਦੋਂ ਇੱਕ ਬੱਚੇ ਨੇ ਆਉਣਾ ਹੁੰਦਾ ਤਾਂ ਕਈ ਵਾਰੀ ਉਹ ਸੋਚ ਲੈਂਦਾ ਕਿ ਫੈਮਿਲੀ ਦੀ ਇਨਫੋਰਮੇਸ਼ਨ ਇੰਨੀ ਇੰਪੋਰਟੈਂਟ ਨਹੀਂ ਹੈ. ਸੋ ਕਈ ਵਾਰੀ ਜਿਹੜੇ ਸਟੂਡੈਂਟ ਨੇ ਉਹ ਆਪਣੀ ਫੈਮਿਲੀ ਦੀ ਇਨਫੋਰਮੇਸ਼ਨ ਡਿਸਕਲੋਜ਼ ਹੀ ਨਹੀਂ ਕਰਦੇ. ਸੋ ਇਹਦੇ ਵੀ ਕੋਈ ਪਿੱਛੇ ਜਾ ਕੇ ਉਹਨਾਂ ਨੂੰ ਨੁਕਸਾਨ ਹੋ ਸਕਦੇ ਨੇ ਅੱਗੇ ਜਦੋਂ ਉਹ PR ਲਈ ਅਪਲਾਈ ਕਰਦੇ ਨੇ. ਇਹ ਕਨਫਿਊਜ਼ਨ ਆਈ ਹੈ ਬਹੁਤ ਸਾਰੇ ਕੰਸਲਟੈਂਟ ਬੈਕ ਹੋਮ ਆਪਣੇ ਜਿਹੜੀ ਵੀ ਕੰਟਰੀ 'ਚ ਹੈ, ਮੋਸਟਲੀ ਇੰਡੀਆ ਤੋਂ, ਤੇ ਉਹ ਉਹਨਾਂ ਨੂੰ ਸਟੂਡੈਂਟਸ ਨੂੰ ਗਾਈਡ ਕਰਦੇ ਕਿ ਕੋਈ ਪ੍ਰੋਬਲਮ ਨਹੀਂ, ਅਗਰ ਤੁਸੀਂ ਮੈਰਿਡ ਹੋ ਜਾਂ ਕੋਈ ਸਿਬਲਿੰਗ ਹੈਗਾ ਹੈ, ਕੋਈ ਪ੍ਰੋਬਲਮ ਨਹੀਂ, ਤੁਸੀਂ ਡਿਸਕਲੋਜ਼ ਨਾ ਕਰੋ. ਪਰ ਜਦ ਤੁਸੀਂ ਇੱਥੇ ਆ ਜਾਂਦੇ ਹੋ ਤੇ ਜਦ ਤੁਸੀਂ ਐਕਚੁਅਲੀ ਅਪਲਾਈ ਕਰਨਾ ਹੁੰਦਾ, ਕਿਉਂਕਿ ਤੁਸੀਂ ਇਮੀਗ੍ਰੇਸ਼ਨ ਕੈਨੇਡਾ ਨੂੰ ਇੱਕ ਵਾਰ ਨਹੀਂ, ਤੁਸੀਂ ਜਦ ਤੁਸੀਂ ਵਰਕ ਪਰਮਿਟ ਲੈਣਾ ਹੈ ਤਦ ਤੁਸੀਂ ਇਨਫੋਰਮ ਕਰਨਾ ਹੈ, ਐਕਸਟੈਂਸ਼ਨ ਲੈਣੀ ਹੈ ਤਦ ਤੁਸੀਂ ਇਨਫੋਰਮ ਕਰਨਾ ਹੈ, ਪਰਮਨੈਂਟ ਰੈਜ਼ੀਡੈਂਸ ਲੈਣੀ ਹੈ ਤਦ ਤੁਸੀਂ ਇਨਫੋਰਮ ਕਰਨਾ ਹੈ. ਤੇ ਇਮੀਗ੍ਰੇਸ਼ਨ ਕੈਨੇਡਾ 'ਚ ਸਪੈਸੀਫਿਕਲੀ ਇਹ ਮਿਸ ਰਿਪਰੈਜ਼ੈਂਟੇਸ਼ਨ ਕਹੀ ਜਾਂਦੀ ਹੈ. ਤੇ ਮਿਸ ਰਿਪਰੈਜ਼ੈਂਟੇਸ਼ਨ ਦੇ ਬਹੁਤ ਜ਼ਿਆਦਾ ਸਵੇਅਰ ਕੰਸੀਕੁਐਂਸਸ ਹੁੰਦੇ. ਸਭ ਤੋਂ ਵੱਡਾ ਕੰਸੀਕੁਐਂਸਸ ਹੁੰਦਾ ਤੁਹਾਨੂੰ 5 ਸਾਲ ਦੀ ਬੈਨ ਲੱਗ ਸਕਦੀ ਹੈ. ਠੀਕ ਹੈ, ਤੇ ਨਾਰਮਲੀ ਇੱਕ ਵਾਰ ਤੁਹਾਨੂੰ ਬੈਨ ਲੱਗ ਗਈ ਤੇ ਇਟਸ ਵੈਰੀ ਹਾਰਡ ਕਿ ਤੁਸੀਂ ਵਾਪਸ ਆ ਸਕਦੇ ਹੋ ਕੈਨੇਡਾ 'ਚ. ਤੇ ਇਟਸ ਵੈਰੀ ਵੈਰੀ ਇੰਪੋਰਟੈਂਟ, ਜੋ ਮੈਂ ਐਮਫਸਾਈਜ਼ ਕਰਾਂਗਾ ਜੋ ਵੀ ਸਾਡੇ ਸਰੋਤਾ ਹੈਗੇ ਜੋ ਸੁਣ ਰਹੇ ਸਾਨੂੰ, ਕਿ ਬਹੁਤ ਇੰਪੋਰਟੈਂਟ ਹੈਗਾ ਕਿ ਆਪਾਂ ਨੂੰ ਇਨਫੋਰਮੇਸ਼ਨ ਜਦ ਵੀ ਆਪਾਂ ਫਾਰਮਸ ਫਿਲ ਕਰ ਰਹੇ ਹਾਂ ਉਹ ਟੂ ਦਾ ਐਕੂਰੇਟ ਹੋਣੀ ਚਾਹੀਦੀ ਹੈ. ਕੋਈ ਕੰਸੀਕੁਐਂਸਸ ਨਹੀਂ ਹੁੰਦਾ, ਸਪੈਸ਼ਲੀ ਐਡੀਸ਼ਨਲ ਫੈਮਿਲੀ ਫਾਰਮ ਹੁੰਦਾ, ਉਹਦੇ ਜੋ ਵੀ ਇਨਫੋਰਮੇਸ਼ਨ ਹੁੰਦੀ ਹੈ ਸਾਰੀ ਐਕੂਰੇਟ ਹੋਣੀ ਚਾਹੀਦੀ ਹੈ. ਇਨ ਕੇਸ ਤੁਹਾਡਾ ਸਟੱਡੀ ਵੀਜ਼ਾ ਲਾਂਦੇ ਵੀ ਤੁਹਾਡਾ ਵਿਆਹ ਹੋ ਜਾਂਦਾ ਹੈ, ਯੂ ਹੈਵ ਤੁਹਾਨੂੰ ਇਮੀਗ੍ਰੇਸ਼ਨ ਕੈਨੇਡਾ ਨੂੰ ਇਨਫੋਰਮ ਕਰਨਾ ਪੈਂਦਾ ਹੈ. ਇਹ ਤੁਹਾਡੇ ਤੇ ਰਿਸਪੌਂਸਿਬਿਲਿਟੀ, ਇਮੀਗ੍ਰੇਸ਼ਨ ਕੈਨੇਡਾ ਦੀ ਰਿਸਪੌਂਸਿਬਿਲਿਟੀ ਨਹੀਂ ਹੈਗੀ ਹੈ. ਜਦ ਤੁਸੀਂ ਕੈਨੇਡਾ 'ਚ ਐਂਟਰ ਹੁੰਦੇ CBSA ਆਫਿਸਰ ਨੂੰ ਇਮੀਗ੍ਰੇਸ਼ਨ ਲਾਅ ਜੋ ਹੈ, ਇਮੀਗ੍ਰੇਸ਼ਨ ਰਿਕੁਆਇਰਮੈਂਟ ਕਹਿੰਦੀ ਹੈ ਕਿ ਤੁਹਾਨੂੰ ਮਟੀਰੀਅਲ ਮਿਸ ਰਿਪਰੈਜ਼ੈਂਟੇਸ਼ਨ ਨਹੀਂ ਕਰਨੀ ਕਦੇ ਵੀ. ਕੋਈ ਇੰਪੋਰਟੈਂਟ ਚੇਂਜਸ ਹੁੰਦੇ ਫੈਮਿਲੀ ਡਾਇਨਾਮਿਕਸ 'ਤੇ, ਤੁਹਾਡੀ ਮੈਰਿਜ ਹੋ ਗਈ, ਤੁਹਾਡਾ ਡਿਵੋਰਸ ਹੋ ਗਿਆ, ਤੁਸੀਂ ਸੈਪਰੇਟਡ ਹੋ ਗਏ, ਸਾਰੀ ਇਨਫੋਰਮੇਸ਼ਨ ਟੂ ਦਾ ਪ੍ਰੌਂਟ ਜਦ ਵੀ ਤੁਸੀਂ ਇਮੀਗ੍ਰੇਸ਼ਨ ਨੂੰ ਇੰਟਰੈਕਟ ਕਰਨਾ ਹੈ, ਆਈਦਰ ਤੁਸੀਂ ਐਕਸਟੈਂਸ਼ਨ ਕਰ ਰਹੇ ਹੋ, ਤੁਸੀਂ ਵਰਕ ਪਰਮਿਟ ਕਰ ਰਹੇ ਹੋ ਜਾਂ PR ਲਾ ਰਹੇ ਹੋ, ਇਹ ਬਹੁਤ ਬਹੁਤ ਇੰਪੋਰਟੈਂਟ ਹੈ. ਇਹਦੀ ਇੰਫੋਸਿਸ ਮੈਂ ਤੁਹਾਨੂੰ ਨਹੀਂ ਦੱਸ ਸਕਦਾ ਕਿਉਂਕਿ ਕੰਸੀਕੁਐਂਸਸ ਬਹੁਤ ਸਵੇਰ ਹੈ. एक चीज़ मैं आई वुड लाइक टू ऐड टू दैट इन कंटिन्यूएशन टू व्हाट मनदीप जी इज सेइंग कि बच्चे यहाँ पे आते हैं ज़्यादातर पोस्ट ग्रेजुएट डिप्लोमाज और ये सब चीज़ें करने के लिए आते हैं. मास्टर्स के लिए इंडिया से स्टूडेंट्स आते हैं बट द फ्लो इज़ लेस एज़ कम्पेयर टू पोस्ट ग्रेजुएट डिप्लोमा एंड एवरीथिंग. एंड मैनी टाइम आई हैव सीन दैट कि इंडिया से जो बच्चे अप्लाई करके आते हैं मास्टर्स डिग्री उन्होंने नहीं बताई होती है फॉर सम हाउ. अब उनके लिए सबसे बड़ा ड्रॉप है कि व्हेन दे आर गोइंग टू अप्लाई फॉर देयर परमानेंट रेसिडेंसी दे आर नॉट गोइंग टू गेट देयर पॉइंट्स फॉर मास्टर्स प्रोग्राम. या तो सपोज करो मैंने अपने सिबलिंग्स का डिस्क्लोजर नहीं किया हुआ है एंड इवेंचुअली आई एम अप्लाइंग फॉर परमानेंट रेसिडेंसी और माय सिबलिंग्स आर कमिंग टू अप्लाई फॉर परमानेंट रेसिडेंसी, दे विल नॉट गेट बेनिफिट ऑफ देयर सिबलिंग्स बीइंग इन Canada.
सो जी। इट्स वेरी इंपॉर्टेंट। आई एग्री विद मनदीप जी ने जो कहा वो श्रोताओं को सुनना चाहिए ध्यान से, एंड व्हेनेवर दे अप्लाई दे मेक श्योर दैट द इन्फॉर्मेशन इज़ पर्टिकुलर। ਜੀ ਵਸੀਮ ਜੀ, ਜਿਵੇਂ ਤੁਸੀਂ ਗੱਲ ਕੀਤੀ ਕਿ ਕਈ ਵਾਰੀ ਉਹ ਆਪਣੀ ਜਿਹੜੀ ਪੋਸਟ ਗ੍ਰੈਜੂਏਸ਼ਨ ਹੈ ਉਹਦਾ ਦੱਸਦੇ ਨਹੀਂ ਹੈ। ਕਈ ਵਾਰੀ ਇਦਾਂ ਵੀ ਹੁੰਦਾ ਕਿ ਗ੍ਰੈਜੂਏਸ਼ਨ ਤੋਂ ਬਾਅਦ ਕਿਸੇ ਨੇ ਕੋਈ ਇੰਟਰਨਸ਼ਿਪ ਕੀਤੀ ਹੁੰਦੀ ਹੈ ਜਾਂ ਸਾਲ ਦਾ ਕੋਈ ਵਰਕ ਐਕਸਪੀਰੀਅੰਸ ਹੁੰਦਾ ਹੈ, ਪਰ ਬੱਚੇ ਦੇ ਮਨ 'ਚ ਕਈ ਵਾਰੀ ਏਜੰਟ ਵੱਲੋਂ ਵੀ ਇਹ ਡਰ ਪਾ ਦਿੱਤਾ ਜਾਂਦਾ ਹੈ ਕਿ ਜੇ ਤੁਸੀਂ ਆਪਣਾ ਵਰਕ ਐਕਸਪੀਰੀਅੰਸ ਸ਼ੋ ਕਰੋਗੇ ਤਾਂ ਬੈਚਲਰਸ ਲਈ ਤੁਸੀਂ ਜਾ ਰਹੇ ਹੋ ਤਾਂ ਤੁਹਾਡੀ ਪ੍ਰੋਫਾਈਲ ਸੈੱਟ ਨਹੀਂ ਬੈਠਦੀ, ਜਾਂ ਕੁਝ ਵੀ ਕਹਿ ਕੇ ਉਹਨੂੰ ਜੇ ਰੋਕਿਆ ਜਾਂਦਾ ਹੈ ਕੁਝ ਵਰਕ ਐਕਸਪੀਰੀਅੰਸ ਲਈ, ਤਾਂ ਤੁਹਾਨੂੰ ਕੀ ਲੱਗਦਾ ਜੇ ਉਹ ਨਹੀਂ ਆਪਣਾ ਐਕਸਪੀਰੀਅੰਸ ਸ਼ੋ ਕਰਦਾ ਜਾਂ ਕੋਈ ਇੰਟਰਨਸ਼ਿਪ ਨਹੀਂ ਸ਼ੋ ਕਰਦਾ ਜਾਂ ਕੋਈ ਵੀ ਆਪਣੀ ਪਰਸਨਲ ਹਿਸਟਰੀ ਨਹੀਂ ਸ਼ੋ ਕਰਦਾ, ਤੇ ਅੱਗੇ ਜਾ ਕੇ ਉਹਨੂੰ ਪ੍ਰੋਬਲਮ ਆ ਸਕਦੀ ਹੈ? Definitely this again the same point, this leads towards misrepresentation। अगर आप डिस्क्लोज नहीं करते हो और पकड़े जाते हो या बाद में आप वो क्लेम करते हो, देन ऑब्वियसली लेट्स से यू आर कमिंग, आपको वीज़ा तो मिल जाएगा फॉर सम रीज़न, बट दैट अगेन इज़ अ मिसकंसेप्शन कि ये चीज़ नहीं बताने से आपको वीज़ा मिल जाएगा और वो चीज़ बताओगे तो ज़्यादा चांसेस हैं। द वीज़ा ऑफिसर विल लुक इनटू द ओवरऑल एप्लीकेशन एंड आपकी जो ट्रुथफुलनेस है, आपका एजुकेशनल बैकग्राउंड है, वो क्या रिलेट करता है, आपने कौन से कोर्सेज लिए, एवरीथिंग इज़ गोइंग टू बी कंसिडर एंड द वीज़ाज फॉर स्टडी इन कैनेडा इज़ ग्रांटेड। बट यहाँ आने के बाद अगर देन आप कुछ डिस्क्लोज जो किया है वो करना चाहते हो, देन यू आर स्टक, यू कैन नॉट डू दैट। अगर आप नहीं करते तो मिसरिप्रेजेंटेशन है, करोगे तो मिसरिप्रेजेंटेशन है, दोनों से आप बीच में रह जाते हो। सो इट्स बेटर टू बी क्लियर, जो भी इंफॉर्मेशन है वो करेक्टली एंड ट्रूथफुली इमिग्रेशन कैनेडा को बताई जाए। ਜੀ ਸਵਾਲ ਅਜੇ ਹੋਰ ਵੀ ਨੇ, ਪਰ ਪਹਿਲਾਂ ਲੈਂਦੇ ਹਾਂ ਇੱਕ ਛੋਟਾ ਜਿਹਾ ਬ੍ਰੇਕ। ਤੁਸੀਂ ਦੇਖਦੇ ਰਹੋ ਦ ਇਮੀਗ੍ਰੇਸ਼ਨ ਸ਼ੋ। ਸਵਾਗਤ ਹੈ ਜੀ ਬਹੁਤ-ਬਹੁਤ ਤੁਹਾਡਾ ਬ੍ਰੇਕ ਤੋਂ ਬਾਅਦ, ਤੇ ਤੁਸੀਂ ਦੇਖ ਰਹੇ ਹੋ ਦਾ ਇਮੀਗ੍ਰੇਸ਼ਨ ਸ਼ੋ। ਗੱਲਬਾਤ ਚੱਲ ਰਹੀ ਹੈ ਸਟੂਡੈਂਟ ਵੀਜ਼ਾ ਨੂੰ ਲੈ ਕੇ। ਹੁਣ ਤੱਕ ਸਾਡੇ ਮਾਹਰਾਂ ਨੇ ਸਾਨੂੰ ਜਾਣਕਾਰੀ ਦਿੱਤੀ ਕਿ ਕਿਵੇਂ ਕੋਰਸਿਸ ਤੇ ਕਾਲਜਿਸ ਦੀ ਸਿਲੈਕਸ਼ਨ ਕਿੰਨੀ ਇੰਪੋਰਟੈਂਟ ਹੁੰਦੀ ਹੈ ਤੇ ਕਿੰਨਾ ਜ਼ਰੂਰੀ ਹੁੰਦਾ ਹੈ ਆਪਣੀ ਬੈਕ ਹੋਮ ਦੀ ਇਨਫੋਰਮੇਸ਼ਨ ਨੂੰ ਵੀ ਡਿਸਕਲੋਜ਼ ਕਰਨਾ। ਮਨਦੀਪ ਜੀ, ਵਸੀਮ ਜੀ, ਅੱਗੇ ਵਧਣ ਤੋਂ ਪਹਿਲਾਂ ਅਸੀਂ ਇੱਕ ਕੁਐਸਚਨ ਲੈਣਾ ਚਾਹੁੰਦੇ ਹਾਂ ਜਿਹੜਾ ਬਾਰ-ਬਾਰ ਸਾਨੂੰ ਸੋਸ਼ਲ ਮੀਡੀਆ ਤੇ ਜਿਹੜੇ ਸਾਡੇ ਵਿਊਅਰਸ ਨੇ ਉਹ ਪੁੱਛਦੇ ਰਹਿੰਦੇ ਨੇ। ਉਹ ਕੁਐਸਚਨ ਹੈ ਸਟੂਡੈਂਟ ਡੈਪੂਟੇਸ਼ਨ ਨੂੰ ਲੈ ਕੇ। ਬੜੀ ਵਾਰੀ ਵੀਡੀਓਜ਼ ਵੀ ਵਾਇਰਲ ਹੋਈਆਂ ਨੇ ਕਿ ਸਟੂਡੈਂਟ ਇੰਡੀਆ ਤੋਂ ਖਾਸ ਕਰਕੇ ਇੱਥੇ ਪਹੁੰਚਦੇ ਨੇ 에ਅਰਪੋਰਟ ਤੇ, ਤੇ ਉੱਥੋਂ ਉਹਨਾਂ ਨੂੰ ਵਾਪਸ ਉਹਨਾਂ ਦੇ ਦੇਸ਼ ਭੇਜ ਦਿੱਤਾ ਜਾਂਦਾ ਹੈ। ਪਹਿਲਾਂ ਤਾਂ ਜਾਣਨਾ ਚਾਹਾਂਗੇ ਕਿ ਸੱਚਾਈ ਕਿੰਨੀ ਕੁ ਹੈ ਇਹਦੇ 'ਚ, ਤੇ ਜੇ ਸੱਚਾਈ ਹੈ ਵੀ, ਜਦੋਂ ਸਟੂਡੈਂਟ ਉੱਥੋਂ ਸਾਰਾ ਕੁਝ ਆਪਣਾ ਕ੍ਰਾਸ ਚੈੱਕ ਕਰਵਾ ਕੇ ਇੱਥੇ ਪਹੁੰਚਦਾ ਹੈ ਤਾਂ ਫਿਰ ਇੱਥੇ ਆ ਕੇ ਕੀ ਇਹੋ ਜਿਹਾ ਹੋ ਜਾਂਦਾ ਹੈ ਕਿ ਉਹਨੂੰ 에ਅਰਪੋਰਟ ਤੋਂ ਵਾਪਸ ਜਾਣਾ ਪੈਂਦਾ ਹੈ? ਇੱਕ ਮਹੀਨਾ ਪਹਿਲਾਂ ਲਿਟਰਲੀ ਇੱਕ ਵੀਡੀਓ ਬਹੁਤ ਵਾਇਰਲ ਹੋਈ ਸੀ ਜਿਹਦੇ 'ਚ ਦਿਖਾਇਆ ਸੀ ਕਾਫੀ ਸਾਰੇ ਸਟੂਡੈਂਟ ਬੈਠੇ ਹੈਗੇ ਆ ਦੇ ਆਰ ਰੈਡੀ ਫॉर ਡਿਪੋਰਟੇਸ਼ਨ। ਉਹ ਕਨਫਰਮ ਇਨਫੋਰਮੇਸ਼ਨ ਨਹੀਂ ਹੈਗੀ ਹੈ ਕਿਉਂਕਿ ਕਿਸੇ ਵੀ ਨਾ ਇਮੀਗ੍ਰੇਸ਼ਨ ਕੈਨੇਡਾ 'ਚ ਕਨਫਰਮ ਹੋਈ ਹੈ, ਨਾਲ ਮੈਂ ਵੀ ਆਪਣੇ ਇਮੀਗ੍ਰੇਸ਼ਨ ਜਿਹਨੇ ਲਾਇਰਸ ਹੈਗੇ ਆ, ਨੋਬਡੀ ਕਨਫਰਮ ਦ ਵੈਲਿਡਿਟੀ ਆਫ ਇਟ। ਦ ਫਰਸਟ ਥਿੰਗ ਇਜ਼ ਮੈਂ ਇਹ ਕਹਿੰਦਾ ਹੈ ਕਿ ਉਹ ਇਟਸ ਵੈਰੀ ਸੇਫ ਟੂ ਸੇ ਕਿ ਉਹ ਵੀਡੀਓ ਇਜ਼ ਨਾਟ ਕਰੈਕਟ। ਕੁਐਸਚਨ ਜੋ ਤੁਹਾਡਾ ਹੈ ਬਹੁਤ ਵੈਲਿਡ ਕੁਐਸਚਨ ਹੈਗਾ। ਬਹੁਤ ਸਾਰੇ ਲੋਕਾਂ ਨੂੰ ਇਹ ਕਨਫਿਊਜ਼ਨ ਹੁੰਦੀ ਹੈ ਜਦ ਉਹ ਸਟੂਡੈਂਟ ਆਉਂਦੇ ਇੱਥੇ ਕਿ ਕੀ ਹੋਏਗਾ। CBSA ਆਫਿਸਰ ਜੋ ਕਿ ਪਹਿਲਾ ਆਫਿਸਰ ਹੈਗੇ ਹੈ ਜੋ ਉਹਨਾਂ ਨੂੰ ਵਿਜ਼ਿਟ ਕਰਦੇ ਜਦ ਵੀਜ਼ਾ ਲਾਉਂਦੇ, ਤੇ ਡੈਪੋਟੇਸ਼ਨ ਲਾਸਟ ਆਪਸ਼ਨ ਹੁੰਦੀ ਹੈ ਜੀ। ਵਰਸਟ ਟੂ ਵਰਸਟ ਸਿਚੁਏਸ਼ਨ ਹੁੰਦੀ ਹੈ ਜਿੱਥੇ ਡੈਪੋਟੇਸ਼ਨ ਹੁੰਦੀ ਹੈ। ਜਿੱਦਾਂ ਮੈਂ ਕਿਹਾ ਕਿ ਵਰਸਟ ਟੂ ਵਰਸਟ ਸਿਚੁਏਸ਼ਨ ਹੁੰਦੀ ਹੈ, ਨਾਰਮਲੀ CBSA ਆਫਿਸਰ ਤੁਹਾਨੂੰ ਓਪਰਚੁਨਿਟੀ ਦਿੰਦੇ ਹੈ ਕਿ ਤੁਸੀਂ ਆਪਣੇ ਬਾਰੇ ਡਿਸਕਲੋਜ਼ ਕਰੋ, ਠੀਕ ਹੈ, ਬਟ ਸਵੇਅਰ ਕੰਸੀਕੁਐਂਸਿਸ ਹੁੰਦੇ ਜਿੱਦਾਂ ਕ੍ਰਿਮੀਨੈਲਿਟੀ ਹੋ ਗਈ, ਤੁਸੀਂ ਮਟੀਰੀਅਲ ਮਿਸਰਿਪ੍ਰੈਜ਼ੈਂਟੇਸ਼ਨ ਕੀਤੀ ਹੈਗੀ, ਜਿੱਦਾਂ ਵਸੀਮ ਜੀ ਨੇ ਵੀ ਕਿਹਾ ਵਿੱਚ, ਮੈਂ ਵੀ ਤੁਹਾਨੂੰ ਪਿੱਛੇ ਦੱਸਿਆ ਸੀ ਕਿ ਉਹ ਉਸ ਬੇਸਿਸ ਤੇ ਤੁਹਾਨੂੰ ਡਿਪੋਰਟੇਸ਼ਨ ਕਰ ਸਕਦੇ। ਬਟ ਡਿਪੋਰਟੇਸ਼ਨ ਜ਼ਰੂਰੀ ਨਹੀਂ ਹੈ ਕਿ ਤੁਹਾਨੂੰ 에ਅਰਪੋਰਟ ਤੇ ਹੀ ਕਰਨਾ ਹੈ। ਈਵਨ ਤੁਸੀਂ ਇੱਥੇ ਆ ਜਾਂਦੇ ਹੋ ਤੇ ਇੱਥੇ ਵੀ ਕਈ ਸਾਰੇ ਕੇਸਿਸ ਹੈਗੇ ਆ, ਸਰਕਮਸਟੈਂਸਸ ਹੈਗੇ ਆ ਜਿਹਦੇ ਬੇਸਿਸ ਤੇ ਉਹ ਤੁਹਾਨੂੰ ਡਿਪੋਰਟ ਕਰ ਸਕਦੇ। ਕ੍ਰਿਮੀਨੈਲਿਟੀ ਇਜ਼ ਵਨ ਆਫ them ਕਿ ਅਗਰ ਤੁਸੀਂ ਕ੍ਰਿਮੀਨਲ ਚਾਰजेस ਤੁਹਾਡੇ ਤੇ ਪੈ ਜਾਂਦੇ ਆ ਤੇ ਕ੍ਰਿਮੀਨਲ ਚਾਰजेस ਪ੍ਰੂਵ ਹੋ ਜਾਂਦੇ ਆ। ਲੱਗਣਾ ਤੇ ਪ੍ਰੂਵ ਹੋਣਾ ਇਜ਼ ਟੋਟਲੀ ਡਿਫਰੈਂਟ। ਤੇ ਮੇਰੀ ਸੁਜੈਸ਼ਨ ਸਭ ਤੋਂ ਪਹਿਲਾਂ ਸ਼ਰੋਤਾ ਨੂੰ ਇਹ ਹੋਏਗੀ ਕਿ ਇਨ ਕੇਸ ਕੋਈ ਇਹੋ ਜਿਹੀ ਸਿਚੁਏਸ਼ਨ ਤਾਂ ਸਭ ਤੋਂ ਪਹਿਲਾਂ ਉਹ ਇਮੀਗ੍ਰੇਸ਼ਨ ਲਾਇਰ ਨੂੰ ਕੰਟੈਕਟ ਕਰਨ, ਤੇ ਦੂਜਾ ਉਹ ਕ੍ਰਿਮੀਨਲ ਲਾਇਰ ਨੂੰ ਕੰਟੈਕਟ ਕਰਨ ਅਗਰ ਕੋਈ ਕ੍ਰਿਮੀਨਲ ਚਾਰजेस ਹੈਗੇ, ਕਿਉਂਕਿ ਇਹਦੀ ਸਵੇਅਰ ਇੰਪਲੀਕੇਸ਼ਨਸ ਹੈਗੀ क्रिमिनलिटी ਦੀ। ਤੇ ਵਸੀਮ ਜੀ ਵੀ ऐड कर सकते इस बार। यही कि आई एग्री विद मनदीप जी ने कहा, बट ये है कि जब भी आप कैनेडियन बॉर्डर सर्विस ऑफिसर के सामने जाते हो, बी ट्रूथफुल। आपकी जो भी इंफॉर्मेशन है, जो भी डॉक्यूमेंटेशन आपके हैं,
वो करेक्ट इन्फॉर्मेशन डिस्क्लोज़ करो। कभी भी मिस रिप्रेजेंटेशन में ना जाओ कि पिछली कुछ इन्फॉर्मेशन आपने फॉर्म्स में भरी है या डॉक्यूमेंटेशन कुछ है, उससे मिसमैच इन्फॉर्मेशन ना दो। एवरीथिंग इज़ कनेक्टेड टू योर ID, वट एवर यू आर सेइंग इट्स गोइंग टू बी रिकॉर्डेड, सो बी ट्रूथफुल विथ योर डॉक्यूमेंटेशन। दूसरा, कई बार वी कम अक्रॉस इश्यूज़ के बॉर्डर ऑफिसर्स जो चेक करते हैं वहाँ पे फ्रॉडलेंट डॉक्यूमेंट्स और ये सारी चीज़ें आती हैं। सो मेक श्योर योर डॉक्यूमेंट्स आर लेजिट डॉक्यूमेंट्स। आपकी IELTS की रिपोर्ट, एजुकेशन के डॉक्यूमेंट सारे कुछ हैं। whatever you have submitted along with immigration application, carry your documents with you. So जब भी ऑफिसर मांगता है, be truthful again with the information and documentation you have submitted, you should be truthful with that. ਜੀ Yes. ਜੀ ਹੁਣ ਅਸੀਂ ਲੈਂਦੇ ਹਾਂ ਕੁਝ ਸਵਾਲ ਜਿਹੜੇ ਸਾਡੇ ਵਿਊਅਰਸ ਨੇ ਸਾਨੂੰ ਭੇਜੇ ਨੇ। ਉਸ ਤੋਂ ਪਹਿਲਾਂ ਅਸੀਂ ਗੱਲਬਾਤ ਕਰਾਂਗੇ ਆਪਣੇ ਉਹਨਾਂ ਦਰਸ਼ਕਾਂ ਦੇ ਨਾਲ ਜਿਹੜੇ ਇਸ ਸਮੇਂ ਸਾਡੇ ਨਾਲ ਲਾਈਨ ਤੇ ਮੌਜੂਦ ਨੇ ਤੇ ਸਾਡੇ ਤੋਂ ਪੁੱਛਣਾ ਚਾਹੁੰਦੇ ਨੇ ਸਟੂਡੈਂਟ ਵੀਜ਼ਾ ਸੰਬੰਧੀ ਕੁਝ ਸਵਾਲ, ਤੇ ਕਰਦੇ ਹਾਂ ਉਹਨਾਂ ਦੇ ਨਾਲ ਗੱਲਬਾਤ। ਸਤਿ ਸ਼੍ਰੀ ਅਕਾਲ ਜੀ। ਜੀ, ਤੁਸੀਂ ਆਪਣਾ ਨਾਮ ਤੇ ਲੋਕੇਸ਼ਨ ਦੱਸ ਕੇ ਆਪਣਾ ਸਵਾਲ ਪੁੱਛ ਸਕਦੇ ਹੋ ਸਟੂਡੈਂਟ ਵੀਜ਼ਾ ਦੇ ਬਾਰੇ 'ਚ। ਹਾਂਜੀ, ਮੇਰਾ ਨਾਮ ਰਣਜੀਤ ਕੌਰ ਹੈ, ਮੈਂ ਨਿਊ ਦਿੱਲੀ ਤੋਂ ਬੋਲ ਰਹੀ ਹਾਂ। ਜੀ ਤੇ ਮੇਰਾ ਕੁਐਸਚਨ ਹੈਗਾ ਹੈ ਕਿ ਮੈਂ 2015 ਚ ਆਪਣੀ ਗ੍ਰੈਜੂਏਸ਼ਨ ਪੂਰੀ ਕੀਤੀ ਸੀ ਤੇ ਮੈਂ ਹੁਣ 2020 ਵਿੱਚ ਸਤੰਬਰ ਇਨਟੇਕ ਵਿੱਚ ਸੋਚ ਰਹੀ ਸੀ ਕਿ ਆਪਣੀ ਪੋਸਟ ਗ੍ਰੈਜੂਏਸ਼ਨ ਕਰਨ ਵਾਸਤੇ। ਤੇ ਮੇਰਾ ਕੁਐਸਚਨ ਹੈ ਜਿਵੇਂ 5 ਸਾਲ ਦਾ ਸਟੱਡੀ ਦਾ ਗੈਪ ਹੈਗਾ ਹੈ, ਇਹ ਪ੍ਰੋਬਲਮ ਤਾਂ ਕ੍ਰੀਏਟ ਨਹੀਂ ਕਰਦਾ ਕਿਤੇ ਐਡਮਿਸ਼ਨ ਲੈਣ ਦੇ ਪ੍ਰੋਬਲਮ ਚ? ਜੀ ਸਾਡੇ ਇਮੀਗ੍ਰੇਸ਼ਨ ਮਾਹਰ ਤੁਹਾਨੂੰ ਹੁਣੇ ਇਸ ਸਵਾਲ ਦਾ ਜਵਾਬ ਦੇਣਗੇ। ਜੀ ਵਸੀਮ ਜੀ, ਮਨਦੀਪ ਜੀ। नमस्कार जी। जी। आपका क्वेश्चन अच्छा है। देखें स्टूडेंट में ऐसी कोई लिमिटेशन नहीं है कि आपका कितना गैप होना चाहिए, बट इंडिया से जो है डिफरेंट प्रोग्राम्स हैं इंटरनेशनल स्टूडेंट्स के लिए। एक जो प्रोग्राम है नॉर्मली स्टूडेंट्स दे अप्लाई, दैट इज़ कॉल्ड स्टूडेंट डायरेक्ट स्ट्रीम। स्टूडेंट डायरेक्ट स्ट्रीम में इट इज़ एक्सपेक्टेड दैट यू शुड नॉट हैव गैप मोर देन 3 years। सो आपका अगर गैप है भी तो यू कैन अप्लाई, बट देन यू विल बी अप्लाइंग अंडर non-SDS प्रोग्राम। नाउ दिस ऑल्सो गोज़ बाय लाइक बहुत सारे फैक्टर्स कि आपने उस 5 साल के गैप में क्या किया, काम किया, फर्दर स्टडी की, नहीं किया, ये सारे फैक्टर्स जो हैं आपने प्रॉपर्ली डॉक्यूमेंट करने हैं। एंड डिपेंडिंग ऑन द सिचुएशन द वीज़ा ऑफिसर विल असेस योर प्रोफाइल and make the decision on your student visa application. So in order to reply to your answer, अगर 5 साल से ज़्यादा गैप है आप फिर भी अप्लाई कर सकते हो and explain your situation and the officer will decide accordingly. ਤੇ ਇੱਕ ਚੀਜ਼ ਮੈਂ ਐਡ ਕਰਨਾ ਚਾਹੁੰਦਾ ਜੀ, ਜਦ ਵੀ ਵੀਜ਼ਾ ਆਫਿਸਰ ਅਸੈਸ ਕਰਦਾ ਹੈ ਤੁਹਾਡੀ ਫਾਈਲ, ਉਹ ਚੈੱਕ ਕਰਦਾ ਹੈ ਕਿ ਇਹ ਬੋਨਾਫਾਈਡ ਸਟੂਡੈਂਟ ਹੈ ਜਾਂ ਨਹੀਂ, ਇਹ ਜੈਨੂਇਨ ਸਟੂਡੈਂਟ ਹੈ ਜਾਂ ਨਹੀਂ। ਤੇ ਮੋਸਟਲੀ ਜਿੱਦਾਂ ਤੁਸੀਂ ਦੱਸਿਆ ਕਿ 5 ਸਾਲ ਦਾ ਤੁਹਾਡਾ ਗੈਪ ਹੈਗਾ, ਮੋਸਟਲੀ ਜਦ ਤੁਹਾਡੀ ਐਪਲੀਕੇਸ਼ਨ ਵੀਜ਼ਾ ਆਫਿਸਰ ਦੇ ਸਾਹਮਣੇ ਜਾਏਗੀ, ਉਹ ਅਸੈਸ ਕਰੇਗਾ ਕਿ ਇਹ ਜੋ ਐਜੂਕੇਸ਼ਨ ਤੁਸੀਂ ਕਰ ਰਹੇ ਹੋ ਇਹਦਾ ਤੁਹਾਨੂੰ ਇੰਡੀਆ 'ਚ ਕੀ ਬੈਨੀਫਿਟ ਹੋਏਗਾ, ਕੈਨੇਡਾ 'ਚ ਨਹੀਂ, ਇੰਡੀਆ 'ਚ, ਹੋਮ ਕੰਟਰੀ 'ਚ। ਰੀਜ਼ਨ ਬੀਇੰਗ ਇਜ਼ ਜਦ ਤੁਹਾਨੂੰ ਵੀਜ਼ਾ ਦਿੱਤਾ ਜਾਂਦਾ ਹੈ, ਉਹਨਾਂ ਦੀ ਇੰਟੈਂਸ਼ਨ ਹੈ ਕਿ ਤੁਸੀਂ ਸਟੱਡੀ ਕਰਨ ਆਏ ਹੋ। ਸਟੱਡੀ ਦਾ ਬੈਨੀਫਿਟ ਕਿੱਥੇ ਹੋਏਗਾ? ਤੁਹਾਡੀ ਹੋਮ ਕੰਟਰੀ ਇੰਡੀਆ। ਤੇ ਮੇਰੀ ਜਿੱਦਾਂ ਮੈਂ ਵਸੀਮ ਜੀ ਨਾਲ ਬਿਲਕੁਲ ਐਗਰੀ ਕਰਦਾ, ਡਾਕੂਮੈਂਟੇਸ਼ਨ ਇਜ਼ ਵੈਰੀ ਮਸਟ। ਜੋ ਤੁਹਾਡਾ ਕੇਸ ਹੈਗਾ ਚਾਹੇ ਉਹ 5 ਸਾਲ ਦਾ ਗੈਪ ਹੈਗਾ, ਪਰ ਅਗਰ ਉਹਦੇ 'ਚ ਤੁਸੀਂ ਦੱਸੋ ਕਿ 5 ਸਾਲ ਤੋਂ ਤੁਸੀਂ ਕੀਤਾ ਕੀ ਹੈ ਤੇ ਇਹ ਜੋ ਐਜੂਕੇਸ਼ਨ ਕੋਰਸ ਤੁਸੀਂ ਲੈਣਾ ਚਾਹੁੰਦੇ ਹੋ ਇਹ ਤੁਹਾਨੂੰ ਫਿਊਚਰ 'ਚ ਇੰਡੀਆ 'ਚ ਕਿੱਦਾਂ ਬੈਨੀਫਿਟ ਹੋਏਗਾ। ਮੈਂ ਦੁਬਾਰਾ ਐਮਫਸਾਈਜ਼ ਕਰ ਰਿਹਾ ਇੰਡੀਆ। ਜੀ 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 ਉਮੀਦ ਕਰਦੇ ਹਾਂ ਤੁਹਾਨੂੰ ਤੁਹਾਡੇ ਜਿਹੜੇ ਸਵਾਲ ਦਾ ਜਵਾਬ ਮਿਲ ਗਿਆ ਹੋਵੇਗਾ। ਜੀ ਬਿਲਕੁਲ ਬਿਲਕੁਲ ਜੀ ਥੈਂਕ ਯੂ ਸੋ ਮਚ ਜੀ ਕਾਲ ਕਰਨ ਦੇ ਲਈ, ਬਹੁਤ ਬਹੁਤ ਥੈਂਕ ਯੂ ਜੀ। ਇਸ ਤੋਂ ਬਾਅਦ ਅਸੀਂ ਲਵਾਂਗੇ ਇੱਕ ਆਡੀਓ ਮੈਸੇਜ ਜਿਹੜਾ ਸਾਨੂੰ ਸਾਡੇ ਵਿਊਅਰ ਨੇ ਭੇਜਿਆ ਹੈ। ਪਹਿਲਾਂ ਸੁਣਦੇ ਹਾਂ ਕਿ ਕੀ ਹੈ ਉਹ ਮੈਸੇਜ ਤੇ ਫਿਰ ਤੁਸੀਂ ਉਹਦੇ ਬਾਰੇ ਜਵਾਬ ਦੇ ਸਕਦੇ ਹੋ। ਹੈਲੋ, ਸਤਿ ਸ਼੍ਰੀ ਅਕਾਲ ਜੀ। ਮੇਰਾ ਨਾਮ ਮਨਮੋਹਨ ਸਿੰਘ ਹੈ ਤੇ ਮੈਂ ਸੈਂਟ ਲਾਰੈਂਸ ਕਾਲਜ ਦਾ ਸਟੂਡੈਂਟ ਹਾਂ। ਮੇਰਾ ਕੁਐਸਚਨ ਆ ਕਿ ਟੋਰਾਂਟੋ ਦੇ ਵਿੱਚ PR ਵਾਸਤੇ ਜੋ ਪੁਆਇੰਟਸ ਚਾਹੀਦੇ ਹੁੰਦੇ ਆ ਉਹ ਕੁਝ ਟਾਈਮ ਬਾਅਦ ਇਨਕਰੀਜ਼ ਹੋ ਜਾਂਦੇ ਆ ਤੇ ਹਾਲ ਦੀ ਘੜੀ ਵੀ ਇਹ ਬਹੁਤ ਜ਼ਿਆਦਾ ਹੋ ਚੁੱਕੇ ਆ ਨਾ। ਤੇ ਜੇ ਇਦਾਂ ਹੀ ਚੱਲ ਰਿਹਾ ਤਾਂ ਇੱਥੇ PR ਦਾ ਬਹੁਤ ਔਖਾ ਹੋ ਜਾਣਾ ਜੀ। ਤੇ ਮਤਲਬ ਕਿ ਇਸ ਚੀਜ਼ ਦਾ ਕੀ ਸੋਲੂਸ਼ਨ ਹੋ ਸਕਦਾ ਜੀ? It's a good question. We come across this question every day. Students जो यहाँ पे particularly Ontario में every time they come कि भाई हमारे points जो हैं वो कम हो रहे हैं, नहीं हो रहे, whether we should move to different province or not. Now again I'm coming to the same question that we start in the beginning कि बच्चे जो 12 पढ़ के आते हैं और जो बच्चे ग्रेजुएशन करके आते हैं उनके लिए ये चीज़ें बहुत इम्पॉर्टेंट हो जाती हैं। जो बच्चे 12 पढ़ के आते हैं, अब आजकल जो एक्सप्रेस एंट्री का क्राइटेरिया है दैट इज़ वेरी हाई।
दैट इज़ कमिंग अराउंड 470 और समथिंग. सो जो बच्चे 12 पढ़ के आते हैं ऑब्वियसली उनको बेनिफिट जो है पिछले एजुकेशन की वो नहीं होते हैं, एंड दैट्स वाई दे विल हैव डिफ़िकल्टी टू गेट अप टू दैट 470 पॉइंट्स. दे नीड टू हैव ईदर हायर लैंग्वेज स्किल्स, सपोर्ट फ्रॉम द एम्प्लॉयर विद द जॉब ऑफर, और 2 years of वर्क एक्सपीरियंस इन कैनेडा. सो ये सारा कॉम्बिनेशन करके भी उनको डिफ़िकल्टी होती है in order to meet the criteria of 470 point as compared to students coming after bachelor's degree. They will are like they are little bit उनको बेनिफिट होती है अपनी जो पिछली एजुकेशन होती है उसके पॉइंट्स, एंड देन वर्क एक्सपीरियंस और ये सब सारी चीज़ें. इनका जो सवाल है ये ओंटारियो में जो पॉइंट नहीं होते, इट्स नॉट अबाउट द ओंटारियो, इट्स अबाउट द फेडरल प्रोग्राम. फेडरल की जो एक्सप्रेस एंट्री है उसमें जो पॉइंट्स हैं वो चलते हैं. ओंटारियो का प्रोग्राम है दैट ओंटारियो ऑल्सो हैज़ ओंटारियो प्रोविंशियल नॉमिनी प्रोग्राम, जो कि लाइक अकॉर्डिंग टू माई एक्सपीरियंस नॉट मैनी स्टूडेंट्स और एप्लीकेंट्स जो होते हैं दे आर अवेयर ऑफ दैट. मोस्टली उन लोगों को ये एक इम्प्रेशन है कि PNP इज़ लाइक अदर देन ओंटारियो, एंड ओंटारियो इज़ जस्ट अ फेडरल, बट दैट्स नॉट द केस. ओंटारियो प्रोविंस में भी इंटरनेशनल स्टूडेंट्स के लिए प्रोग्राम है जिसमें यू कैन ऑल्सो अप्लाई विथ जॉब, विदाउट जॉब, देर आर मैनी ऑप्शंस अवेलेबल, and you can definitely get in touch with us, our lawyers and professional, if someone needs help. ਜੀ ਬਿਲਕੁਲ, ਜੀ ਬਿਲਕੁਲ. ਇਸ ਤੋਂ ਬਾਅਦ ਅਸੀਂ ਗੱਲਬਾਤ ਕਰਾਂਗੇ ਆਪਣੇ ਉਹਨਾਂ ਸਵਾਲਾਂ ਬਾਰੇ ਜਿਹੜੇ ਸਾਨੂੰ ਸੋਸ਼ਲ ਮੀਡੀਆ ਤੇ WhatsApp ਦੇ ਜ਼ਰੀਏ ਸਾਡੇ ਵਿਊਅਰਸ ਨੇ ਭੇਜੇ ਨੇ. ਮਨਦੀਪ ਜੀ, ਵਸੀਮ ਜੀ, ਜਿਹੜਾ ਅਗਲਾ ਸਵਾਲ ਮੈਂ ਰੀਡ ਕਰਨ ਜਾ ਰਹੀ ਹਾਂ ਉਹ ਹੈ ਅਰਸ਼ਦੀਪ ਕੌਰ, ਜਿਹੜੇ ਨਿਊ ਦਿੱਲੀ ਤੋਂ ਨੇ, ਔਰ ਉਹ ਪੁੱਛਣਾ ਚਾਹੁੰਦੇ ਨੇ ਕਿ ਉਹਨਾਂ ਨੇ 10th ਕੀਤੀ ਹੋਈ ਹੈ 59% ਦੇ ਨਾਲ, 12th ਉਹਨਾਂ ਦੀ 63% ਦੇ ਨਾਲ ਹੈ, ਕਾਮਰਸ ਬਟ ਵਿਦਾਊਟ ਮੈਥਸ, ਤੇ ਉਹਨਾਂ ਨੇ ਹੋਟਲ ਮੈਨੇਜਮੈਂਟ ਵੀ ਕੀਤੀ ਹੈ, ਬਟ ਉਹਨਾਂ ਦੀ ਪ੍ਰੋਬਲਮ ਹੈ ਕਿ ਉਹਨਾਂ ਦੀ ਇੱਕ ਸਬਜੈਕਟ ਕੰਪਾਰਟਮੈਂਟ ਹੈ. ਹਾਲਾਂਕਿ ਉਹ IELTS ਦੀ ਪ੍ਰੈਪਰੇਸ਼ਨ ਕਰ ਰਹੇ ਨੇ, ਪਰ ਉਹ ਪੁੱਛਣਾ ਚਾਹੁੰਦੇ ਨੇ ਵੀ ਉਹ ਐਲੀਜੀਬਲ ਨੇ ਸਟੂਡੈਂਟ ਵੀਜ਼ਾ ਦੇ ਲਈ. ਐਲੀਜੀਬਿਲਿਟੀ ਜਿੱਦਾਂ ਮੈਂ ਤੁਹਾਨੂੰ ਦੱਸਿਆ ਜੀ ਪਹਿਲਾਂ ਵੀ, ਜੋ ਆਪਣੇ ਸਰੋਤਾ ਨੇ ਕੁਐਸਚਨ ਪੁੱਛਿਆ ਸੀ ਜੀ, ਸਭ ਤੋਂ ਪਹਿਲਾਂ ਜਦ ਵੀ ਇੱਕ ਫਾਈਲ ਇਮੀਗ੍ਰੇਸ਼ਨ ਆਫਿਸਰ ਕੋਲ ਆਉਂਦੀ ਹੈ ਉਹ ਸਭ ਤੋਂ ਪਹਿਲਾਂ ਅਸੈਸ ਕਰਦਾ ਹੈ ਕਿ ਇਹ ਪਰਸਨ ਜੈਨੂਇਨ ਸਟੂਡੈਂਟ ਹੈ ਜਾਂ ਨਹੀਂ. ਠੀਕ ਹੈ, ਪਹਿਲੀ ਚੀਜ਼. ਜਿੱਦਾਂ ਉਹਨਾਂ ਨੇ ਦੱਸਿਆ ਕਿ ਉਹਨਾਂ ਦੀ ਇੱਕ ਕੰਪਾਰਟਮੈਂਟ ਹੈ ਕਿ ਉਹਨਾਂ ਨੇ ਕਲੀਅਰ ਕਰ ਲਈ ਅਪਾਰਟਮੈਂਟ ਕੀ ਨਹੀਂ ਹੈਗੀ, ਦੈਟਸ ਆਲਸੋ ਕੁਐਸਚਨ. ਜੋ ਦੂਜੀ ਚੀਜ਼ ਹੈਗੀ ਹੈ ਕਿ ਉਹਨਾਂ ਨੇ ਅਗਰ ਕੰਪਲੀਟ ਡਿਗਰੀ ਕੰਪਲੀਟ ਕੀਤੀ ਹੈ, ਸਕੋਰ ਕਿੰਨੇ ਹੈਗੇ ਤੇ ਗੈਪ ਕਿੰਨਾ ਹੈਗਾ. ਇਹ ਬਹੁਤ ਸਾਰੀ ਜੋ ਛੋਟੀ ਛੋਟੀ ਚੀਜ਼ਾਂ ਹੁੰਦੀਆਂ ਬਹੁਤ ਮੈਟਰ ਕਰਦੀਆਂ ਜਦ ਕਿ ਇਮੀਗ੍ਰੇਸ਼ਨ ਆਫਿਸਰ ਅਸੈਸ ਕਰਦਾ ਹੈ ਉਹਨਾਂ ਦੀ ਪ੍ਰੋਫਾਈਲ ਜੀ. ਤੇ ਜਿੱਦਾਂ ਉਹਨਾਂ ਨੇ ਦੱਸਿਆ ਕਿ IELTS ਦੀ ਪ੍ਰੀਪਰੇਸ਼ਨ ਕਰਦੇ. ਇੱਕ ਹੋਰ ਮੈਂ ਥੋੜਾ ਜਿਹਾ ਮਿਸਕਨਸੈਪਸ਼ਨ ਹੈਗੀ ਹੈ ਇੰਡੀਆ 'ਚ ਵੀ ਤੇ ਡਿਫਰੈਂਟ ਕੰਟਰੀਜ਼ 'ਚ, ਆਪਣੇ ਸਟੂਡੈਂਟਸ ਕਈ ਵਾਰ ਥੋੜਾ ਜਿਹਾ ਜ਼ਿਆਦਾ ਟਾਈਮ ਲੈ ਲੈਂਦੇ ਆ ਆਪਣੇ ਲੈਂਗੁਏਜ ਪ੍ਰੋਫੀਸ਼ੀਐਂਸੀ IELTS ਦਾ ਐਗਜ਼ਾਮ ਕਰਨ ਵਾਸਤੇ. ਕਈ ਵਾਰ 6 ਮਹੀਨੇ ਲੈ ਲੈਂਦੇ, ਕਈ ਵਾਰ ਸਾਲ ਲੈ ਲੈਂਦੇ. ਉਹ ਫਿਰ ਜਦ ਤੁਸੀਂ ਜ਼ਿਆਦਾ ਟਾਈਮ ਲੈਂਦੇ ਉਹ ਗੈਪ ਬਣ ਜਾਂਦਾ ਹੈ. ਤੇ ਮੇਰੀ ਰਿਕਮੈਂਡੇਸ਼ਨ ਹੋਏਗੀ ਕਿ ਅਗਰ ਤੁਸੀਂ ਡਿਸਾਈਡ ਕਰ ਹੀ ਲਿਆ ਹੈ ਕਿ ਤੁਸੀਂ ਕੈਨੇਡਾ ਆਣਾ ਹੈ ਤੇ ਜਦ ਤੁਸੀਂ ਕੰਪਲੀਟ ਕਰ ਰਹੇ ਹੋ ਆਪਣੀ ਗ੍ਰੈਜੂਏਸ਼ਨ ਜਾਂ ਆਪਣੀ ਸਟੱਡੀਜ਼, ਨਾਲ ਤੁਸੀਂ ਕੋਚਿੰਗ ਲੈ ਸਕਦੇ ਹੋ. ਆਪਣੇ ਇੰਡੀਆ 'ਚ ਬਹੁਤ ਸਾਰੇ ਕੋਚਿੰਗ ਇੰਸਟੀਟਿਊਟਸ ਹੈਗੇ ਜਿੱਥੇ ਪ੍ਰੀਪਰੇਸ਼ਨ ਕੀਤੀ ਜਾ ਸਕਦੀ ਹੈ. ਪਰ ਜਦ ਤੁਸੀਂ 1 ਸਾਲ ਲੈ ਲਿਆ, ਇਹ ਕੋਈ ਵੈਲਿਡ ਐਕਸਪਲੇਨੇਸ਼ਨ ਨਹੀਂ ਹੈਗੀ ਹੈ ਵੀਜ਼ਾ ਲਾਉਣ ਵਾਸਤੇ. ਇਹ ਤੁਹਾਡੇ ਨੈਗੇਟਿਵ ਆਉਂਦਾ ਹੈ ਕਿ ਇਮੀਗ੍ਰੇਸ਼ਨ ਆਫਿਸਰ ਕਹਿੰਦਾ ਓਕੇ ਤੂੰ ਸਾਲ ਲਾ ਰਿਹਾ ਸਿਰਫ ਲੈਂਗੁਏਜ ਪ੍ਰੋਫੀਸ਼ੀਐਂਸੀ ਕਰਕੇ, ਹਾਊ ਯੂ ਗੋਨਾ ਸਰਵਾਈਵ ਇਨ ਕੈਨੇਡਾ ਜਿੱਥੇ ਫਰਸਟ ਲੈਂਗੁਏਜ ਇਜ਼ ਇੰਗਲਿਸ਼. ਜੀ ਵਸੀਮ ਜੀ, ਮਨਦੀਪ ਜੀ, ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਇੱਥੇ ਆਉਣ ਦੇ ਲਈ. ਉਮੀਦ ਕਰਦੇ ਹਾਂ ਕਿ ਜਿਹੜੀ ਜਾਣਕਾਰੀ ਤੁਸੀਂ ਅੱਜ ਸ਼ੇਅਰ ਕੀਤੀ ਹੈ ਉਹ ਸਾਡੇ ਦਰਸ਼ਕਾਂ ਲਈ ਬਹੁਤ ਲਾਹੇਵੰਦ ਹੋਵੇਗੀ, ਪਰ ਅਜੇ ਬਹੁਤ ਸਾਰੇ ਸਵਾਲ ਬਾਕੀ ਨੇ ਜਿਨ੍ਹਾਂ ਦੇ ਬਾਰੇ ਅਸੀਂ ਗੱਲਬਾਤ ਜ਼ਰੂਰ ਕਰਾਂਗੇ, ਪਰ ਆਪਣੇ ਅਗਲੇ ਐਪੀਸੋਡ ਦੇ ਵਿੱਚ. ਕੈਨੇਡਾ 'ਚ ਸਟੂਡੈਂਟ ਵੀਜ਼ਾ ਦੌਰਾਨ ਕੀ ਕਰਨਾ ਚਾਹੀਦਾ ਹੈ ਤੇ ਕੀ ਨਹੀਂ. ਸਟੂਡੈਂਟ ਵੀਜ਼ਾ 'ਤੇ ਜੇ ਤੁਸੀਂ ਐਕਸਟਰਾ ਆਵਰਸ ਕੰਮ ਕਰਦੇ ਹੋ ਤਾਂ ਅੱਗੇ ਜਾ ਕੇ ਕੀ ਪ੍ਰੋਬਲਮਸ ਆ ਸਕਦੀਆਂ ਨੇ. ਜੇ ਤੁਸੀਂ ਸਟੂਡੈਂਟ ਵੀਜ਼ਾ 'ਤੇ ਕਿਸੇ ਕ੍ਰਿਮੀਨਲ ਐਕਟੀਵਿਟੀ 'ਚ ਇਨਵੋਲਵ ਹੁੰਦੇ ਹੋ ਤਾਂ ਅੱਗੇ ਜਾ ਕੇ PR ਦੇ ਵਿੱਚ ਤੁਹਾਨੂੰ ਕੀ ਮੁਸ਼ਕਲਾਂ ਪੇਸ਼ ਆ ਸਕਦੀਆਂ ਨੇ. ਇਹਨਾਂ ਸਵਾਲਾਂ ਦੇ ਜਵਾਬ ਅਸੀਂ ਲਵਾਂਗੇ ਪਰ ਆਪਣੇ ਅਗਲੇ ਐਪੀਸੋਡ ਦੇ ਵਿੱਚ. ਜੇਕਰ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਹੈ ਤਾਂ ਤੁਸੀਂ ਸਾਨੂੰ WhatsApp ਮੈਸੇਜ ਜਾਂ WhatsApp ਆਡੀਓ ਮੈਸੇਜ ਰਿਕਾਰਡ ਕਰਕੇ ਭੇਜ ਸਕਦੇ ਹੋ. ਨੰਬਰ ਤੁਹਾਡੀ ਸਕਰੀਨ ਤੇ ਫਲੈਸ਼ ਹੋ ਰਹੇ ਨੇ. ਮਿਲਦੇ ਹਾਂ ਅਗਲੇ ਹਫਤੇ, ਉਦੋਂ ਤੱਕ ਦੇਖਦੇ ਰਹੋ PTC ਪੰਜਾਬੀ ਕੈਨੇਡਾ. ਧੰਨਵਾਦ.